बड़ा ईद मिलाद नबी का दिन सी जी और फिर बड़ा अफसोसनाक सान्या होया और ਉਹਦੇ ਉੱਤੇ ਦੇਖੋ सानहात या हादसात ਤੇ ਹੁੰਦੇ ਰਹਿੰਦੇ ਨੇ और पाकिस्तान ਤੇ खैर एक ऐसा मुल्क है जिहदा सिस्टम ਦੇ ਬਾਰੇ ਤੇ ਗਵਰਨਮੈਂਟ ਵਾਲੇ ਖੁਦ ਹੀ ਕਹਿੰਦੇ ਨੇ ਕਿ ਵੀ ਸਾਡਾ ਸਿਸਟਮ ਜਿਹੜਾ ਨਾ ਉਹ ਤੇ ਕੋਲੈਪਸ ਹੋਇਆ ਹੈ। ਬਿਲਕੁਲ ਦਾਖਲਾ कह चुके हैं, वज़ीर दाखिला कह चुके, खुद जेड़े इस टाइम वफाकी वज़ीर सेहत ने मुस्तफा कमाल वो भी कह चुके हैं। हाँ। और अगर असी गौर करने आ चीज़ों में जिवें मुस्तफा कमाल साहब ने कुछ चीज़ां कहियां कि भी देखो ना कि एक जिस वक्त इस्लामाबाद बनया तो पिम्स हॉस्पिटल उदों बनया बाद तो हुण उस वेले आबादी की सी, हुण की आबादी और सारे लोग उत्थे ही आ रहे हैं। गवर्नमेंट ने या किसी भी गवर्नमेंट ने या ईवन ਜਿਹੜੀ ਇਸਲਾਮਾਬਾਦ ਦੀ CDA ਦੇ ਜ਼ਰੀਏ ਤਮਾਮ ਹੀ ਚਲੋ ਕੋਈ ਬਣ ਜਾਂਦੇ ਅਦਾਰੇ ਜਾਂ ਸਿਹਤ ਦੇ ਹਵਾਲੇ ਨਾਲ, ਲੇਕਿਨ ਉਹ ਕੋਈ ਨਹੀਂ ਬਣ ਸਕੇ। ਇਵਨ ਉੱਥੇ KPK ਤੋਂ ਲੋਕ ਆਉਂਦੇ ਨੇ, ਆਜ਼ਾਦ ਕਸ਼ਮੀਰ ਤੋਂ ਲੋਕ ਉੱਥੇ ਆਉਂਦੇ ਨੇ, ਹਾਂਜੀ ਗਿਲਗਿਤ ਬਲਤਿਸਤਾਨ ਤੋਂ ਆਉਂਦੇ ਨੇ, ਆਜ਼ਾਦ ਕਸ਼ਮੀਰ ਤੋਂ ਆਉਂਦੇ ਨੇ। ਤੇ ਹੁਣ ਸਵਾਲ ਹੈ ਵੇ ਕਿ ਅਸੀਂ ਇਹ ਦੇਖਦੇ ਹਾਂ ਕਿ ਹੁਣ ਇਹ ਸਾਨਿਆ ਹੋਇਆ ਬੜਾ ਅਲਮਨਾਕ ਸਾਨਿਆ, ਇਸ ਤੋਂ ਪਹਿਲੇ ਵੀ ਬੜੇ ਬੜੇ ਵੱਡੇ ਸਾਨਿਆਤ ਹੋ ਚੁੱਕੇ ਨੇ इस मुल्क के अंदर। ये पहला सानिया नहीं होया इस मुल्क के अंदर। तुहानू याद होएगा रावलपिंडी दे विच ते एक रोजरी कैंप का सानिया होया, ठीक है, उहदे विच सैकड़ों लोग जिहड़े सन उस साने दी नज़र हो गए जी। उस साने तो बाद फिर एक APS का सानिया होया, हाँ जी बिल्कुल, पेशावर दे विच उत्थे मासूम बच्चे उसातजा वो दहशतगर्दां ने उन्हां नू शहीद कर दित्ता, ठीक हो गया जी। और कराची के अंदर ते आए रोज़ कोई ना कोई आतिशजदगी का वाक़यात हुंदा है। और जिहड़ी सानिया गुल प्लाजा हुंदी है रिसेंटली साडे सामने बल्दिया टाउन दा और उन्हां दे मुलजमान भी बाद विचों बरी हो गए सन ओहदे सानिया बल्दिया टाउन जी। हुण असीं अगर इस चीज़ वाले देखने आ कि जिन्ने सानहात होए और उन्हां दे उत्ते जिन्ने कमीशन बने, जिन्नियां रिपोर्टां तैयार होईयां, ਉਹਨਾਂ ਰਿਪੋਰਟਾਂ ਦੇ ਵਿੱਚ ਜੋ ਜੋ ਕੁਝ ਕਿਹਾ ਗਿਆ, ਉਹਨਾਂ ਰਿਪੋਰਟਾਂ ਦੇ ਹਵਾਲੇ ਦੇ ਨਾਲ ਕਿਸੇ ਵੀ ਗਵਰਨਮੈਂਟ ਨੇ, ਕਿਸੇ ਵੀ ਅਸੈਂਬਲੀ ਨੇ ਕਦੇ ਉਹਨਾਂ ਨੂੰ ਆਪਣੇ ਵਾਸਤੇ ਇਹ ਨਹੀਂ ਗਾਈਡਲਾਈਨ ਨਹੀਂ ਬਣਾਇਆ ਕਿ ਅਸੀਂ ਆਈਏ ਅਸੀਂ ਇਕਤਦਾਰ ਦੇ ਵਿੱਚ ਆਈਏ ਤੇ ਆ ਕੇ ਅਸੀਂ ਮਾਮਲਾਤ ਨੂੰ ਦਰੁਸਤ ਕਰੀਏ, ਸਿਸਟਮ ਨੂੰ ਦਰੁਸਤ ਕਰੀਏ। ਹੁਣ ਇਹ ਪਿੰਮਸ ਦਾ ਸਾਨੇ ਹੈ। ਹੁਣ ਇਹਦੇ ਉੱਤੇ ਤੁਸੀਂ ਦੇਖੋ ਕਿ ਗਵਰਨਮੈਂਟ ਨੇ ਫੈਡਰਲ ਸੈਕਟਰੀ ਹੈਲਥ ਨੂੰ हटाता, असलम गौरी साहब कैप्टन रिटायर मोहम्मद महमूद साहब ਨੂੰ ਲੈ ਕੇ ਆਏ, ਬ੍ਰਿਲੀਅੰਟ ਬਿਊਰੋਕਰੇਟ ਉਹਨਾਂ ਦੀ ਜਿਹੜੀ ਇੱਕ ਸ਼ਨਾਖਤ ਹੁੰਦੀ। ਲੇਕਿਨ ਸਵਾਲ ਹੈ ਵੇ ਕਿ 2021 ਦੇ ਵਿੱਚ ਰਿੰਗ ਰੋਡ ਸਕੈਂਡਲ ਦੇ ਵਿੱਚ ਵੀ ਉਹਨਾਂ ਦਾ ਨਾਮ ਆਇਆ ਸੀ। ਰਿੰਗ ਰੋਡ ਸਕੈਂਡਲ ਇੱਕ ਬੜਾ ਮਾਰੂਫ ਸਕੈਂਡਲ ਹੋਇਆ ਸੀ, ਉਹਨਾਂ ਦੇ ਵਿੱਚ ਕੈਪਟਨ ਮੁਹੰਮਦ ਮਹਿਮੂਦ ਸਾਹਿਬ ਦਾ ਵੀ ਉਹਦਾ 'ਚ ਨਾਮ ਹੈਗਾ ਸੀ। ਬਾਅਦ ਵਿੱਚ ਉਹ ਇਨਕੁਆਇਰੀ ਦੇ ਵਿੱਚ और दीगर ਦੇ ਵਿੱਚ ਉਹਦੇ ਵਿੱਚ ਐਕਵਿਟ ਹੋ ਗਏ ਸਨ, ਬਰੀ ਹੋ ਗਏ ਸਨ, ਲੇਕਿਨ ਇੱਕ ਨਾਮ ਹੈਗਾ ਸੀ। ਇਹਦਾ ਮਤਲਬ ਕਹਿੰਦਾ ਹੈਗਾ ਕਿ ਉਹ ਐਡਮਿਨਿਸਟ੍ਰੇਟਿਵ ਸਰਵਿਸ ਦੇ ਬੰਦੇ ਨੇ ਤੇ ਹੁਣ ਉਹਨਾਂ ਨੇ ਬਾਹਰ ਕੈਂਪ ਲਾ ਲਿਆ ਤੇ ਉੱਥੇ ਲੋਹਾਇਕੀਨ ਵਾਸਤੇ ਗੱਲ ਕਰਦੇ। ਕਹਿਣ ਦਾ ਮਕਸਦ ਹੈਗਾ ਕਿ ਇਹ ਅਸ਼ਕਸ਼ੋਈ ਹੈ ਵੇ ਜਿਹੜਾ ਦੁਨੀਆ ਤੋਂ ਚਲੇ ਗਏ, ਜਿਹੜੇ ਵਾਲਿदैन ਨੂੰ ਦੁੱਖ ਮਿਲ ਗਿਆ ਉਹ ਉਹਨਾਂ ਦੇ ਨਾਲ ਰਹਿਣਾ। ਹੁਣ ਅਗਲਾ ਔਰ ਅਸੀਂ ਵੀ ਆਵਾਮ ਵੀ, ਸਾਡੇ ਜਿਹੜੇ ਜਰਨਲਿਸਟ ਨੇ, ਸੋਸ਼ਲ ਮੀਡੀਆ ਵੀਲੌਗਰਸ ਨੇ, ਸਿਆਸਤਦਾਨ ਨੇ, ਇਹਨਾਂ ਸਾਰਿਆਂ ਨੇ ਬਿਆਨਬਾਜ਼ੀ ਦੇ ਕੇ ਬਿਆਨਬਾਜ਼ੀਆਂ ਕਰਕੇ ਮੁਤਮਈਨ ਹੋ ਕੇ ਆਪਣੇ ਘਰਾਂ ਦੇ ਵਿੱਚ ਬੈਠ ਜਾਣ ਔਰ ਇਹ ਇਨਕੁਆਇਰੀ ਰਿਪੋਰਟ ਵੀ ਦਫਨ ਹੋ ਜਾਣ। ਹੁਣ ਤੁਸੀਂ ਜ਼ਰਾ ਇਸ ਚੀਜ਼ ਨੂੰ ਮੈਂ ਇਹਨੂੰ ਅਨਦਰ ਅਕਸ ਦੇਖਣਾ ਵਾ ਚੀਜ਼ਾਂ ਨੂੰ। ਇਹ ਵਾਕਿਆ ਜਿਹੜੀ ਹੁਣ ਤੱਕ ਦੀਆਂ ਰਿਪੋਰਟਾਂ ਆ ਰਹੀਆਂ ਨੇ ਕਿ ਜੀ ਕੰਪਰੈਸਰ ਦਾ ਆਊਟਰ ਜਿਹੜਾ ਹੈ ਨਾ ਉਹ ਫਟਿਆ ਤੇ ਉਹ ਅੱਗ ਲੱਗ ਗਈ ਔਰ ਕਿਆ ਇਹਦੀ ਤਹਿਕੀਕਾਤ ਯਕੀਨਨ ਇਹ ਹੋ ਰਹੀਆਂ ਨੇ। ਲੇਕਿਨ ਮੇਰੇ ਜ਼ਿਹਨ ਦੇ ਵਿੱਚ ਇੱਕ ਗੱਲ ਆਉਂਦੀ ਹੈ ਐਵੇਂ ਹੀ ਕਿ ਵੀ ਪਾਕਿਸਤਾਨ ਵਰਗੇ ਮੁਲਕ 'ਚ ਜਿਹੜਾ ਦਹਿਸ਼ਤਗਰਦੀ ਦਾ ਸ਼ਿਕਾਰ ਹੈ, ਮੁਖਤਲਿਫ ਕਿਸਮ ਦੇ ਇੱਥੇ ਪਾਕਿਸਤਾਨ ਦੇ ਅੰਦਰ ਬਦਕਿਸਮਤੀ ਦੇ ਨਾਲ ਟੈਰਰਿਸਟਾਂ ਦੇ, ਤਖਰੀਬਕਾਰਾਂ ਦੇ ਸਹੂਲਤਕਾਰ ਮੌਜੂਦ ਨੇ ਪਾਕਿਸਤਾਨ ਦੇ ਵਿੱਚ ਔਰ ਇਹੋ ਜਿਹੇ ਲੋਕ ਮੌਜੂਦ ਨੇ ਜਿਹੜੇ ਅਸੈਂਬਲੀਆਂ ਦੇ ਵਿੱਚ ਬੈਠੇ ਨੇ ਔਰ ਉਹ ਦਹਿਸ਼ਤਗਰਦਾਂ ਦੀ ਹਮਾਇਤ ਕਰਦੇ ਨੇ। ਇੱਕ ਤਰਫ ਇਹ ਮੰਜ਼ਰਨਾਮਾ ਹੈ, ਇੱਕ ਤਰਫ ਵਾਲਿदैन ਦਾ ਉੱਥੇ ਸ਼ੋਰੋ ਗੁੱਲ ਹੈ, ਉਹਨਾਂ ਦਾ ਮਾਤਮ ਹੈ। ਦੂਸਰੀ ਤਰਫ ਦੇਖੋ ਕਿ ਕੀ ਹੋ ਰਿਹਾ ਸੋਸ਼ਲ ਮੀਡੀਆ ਤੁਸੀਂ ਦੇਖੋ, ਉਹਦੇ 'ਚ ਇਹ ਹੋ ਰਿਹਾ ਕਿ ਜੀ ਇੱਥੇ ਤੁਸੀਂ ਬਾਨੀ PTI ਨੂੰ ਲੈ ਕੇ ਜਾਣਾ ਸੀ, ਇਸ ਹਸਪੀਟਲ 'ਚ ਲੈ ਕੇ ਜਾਣਾ ਸੀ,
ਅੱਛਾ, ਯਾਨੀ ਤੁਸੀਂ ਇਸ ਤਰ੍ਹਾਂ ਡਾਟਸ ਕਨੈਕਟ ਕਰ ਰਹੇ ਹੋ। ਇਹ ਵੀ ਇੱਕ ਬਿਆਨੀਆ ਹੈ ਨਾ, ਇੱਕ ਬਿਆਨੀਆ ਦੇਤਾ ਪੀਟੀਆਈ ਨੇ, ਤੇ ਇੱਕ ਬਿਆਨੀਆ ਲੈਣਾ ਸੀ, ਉਹਨਾਂ ਨੇ ਤੇ ਲੈ ਲਿਆ ਬਿਆਨੀਆ। ਉਹਨਾਂ ਨੇ ਕਿਹਾ ਜੀ ਅਸੀਂ ਤੇ ਪਹਿਲਾਂ ਹੀ ਕਹਿ ਰਹੇ ਸੀ ਕਿ ਸਾਡੇ ਜਿਹੜੇ ਨੇ ਬਾਨੀ ਨੂੰ ਤੁਸੀਂ ਪ੍ਰਾਈਵੇਟ ਹਸਪੀਟਲ 'ਚ ਸ਼ਿਫਟ ਕਰੋ, ਸਰਕਾਰੀ ਹਸਪਤਾਲਾਂ ਦਾ ਤੇ ਇਹ ਸੂਰਤ ਹਾਲ। ਉਹਦੇ ਤਰਫ ਤੁਸੀਂ ਇਹ ਵੀ ਗੌਰ ਕਰੋ ਕਿ ਪੀਪਲਸ ਇਹਨਾਂ ਦੇ ਗਵਰਨਮੈਂਟ ਦੇ ਜਿਹੜੇ ਵਜ਼ਰਾ ਨੇ ਉਹ ਕੀ ਕਹਿ ਚੁੱਕੇ ਸਨ ਕਿ ਪਿਮਸ ਦੇ ਵਿੱਚ ਪੂਰੀ ਤਰ੍ਹਾਂ ਮੁਕੰਮਲ ਸਹੂਲੀਅਤ ਮੌਜੂਦ ਨੇ, ਬੜਾ ਆਲਾ ਦਰਜੇ ਦਾ ਉੱਥੇ ਇੰਤਜ਼ਾਮ ਹੈ ਔਰ ਉੱਥੇ ਹਰ ਚੀਜ਼ਾਂ ਨੇ, ਔਰ ਉਹ ਕੇਸ ਚੱਲ ਰਿਹਾ। ਅੱਜ ਵੀ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਜਿਹੜੇ ਅਡਿਆਲਾ ਜੇਲ੍ਹ ਦੇ 3 ਕੈਦੀਆਂ ਨੇ ਦਿੱਤਾ ਦਰਖਾਸਤ ਵੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਕੀਤੀ ਜਾਵੇ, ਤੇ ਉੱਥੇ ਜਿਹੜੇ ਜੱਜ ਸਾਹਿਬ ਨੇ ਉਹਨਾਂ ਨੇ ਇਸ ਕੁਐਸਚਨ ਉਠਾਏ ਕਿ ਇਹ ਤੁਹਾਡੇ ਸਰਕਾਰੀ ਹਸਪੀਟਲਾਂ ਦਾ ਇਹ ਆਲਮ ਹੈ। ਹਾਂ ਬਿਲਕੁਲ, ਅੱਜ ਉਹਨਾਂ ਨੇ ਕੀਤਾ ਹੋ ਰਹੀ ਹੈ। ਯਾਨੀ ਤੁਸੀਂ ਉਹਦੀ, ਮੇਰਾ ਕਹਿਣ ਦਾ ਮਕਸਦ ਹੈਗਾ ਕਿ ਇੱਕ ਟਾਈਮਿੰਗ ਦੇ ਉੱਤੇ ਵੀ ਗੌਰ ਕਰੋ ਕਿ ਇਹ ਟਾਈਮਿੰਗ ਕੀ ਹੈ, ਕਿਸ ਟਾਈਮਿੰਗ ਦੇ ਉੱਤੇ ਇਹ ਵਾਕਿਆਤ ਹੋਏ ਨੇ। ਔਰ ਇਸ ਤੋਂ ਪਹਿਲੇ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਨੇ ਉੱਥੇ ਕਰ ਚੁੱਕੇ ਸਨ ਜੀ, ਉੱਥੋਂ ਦੇ ਏਸੀ ਕਿਧਰੇ ਬੰਦ ਨੇ, ਕਿਧਰੇ ਉਹ ਕੰਮ ਨੇ, ਤੇ ਉਹਨਾਂ ਨੇ ਵੀ ਲਿਆ ਇਸ ਟਾਈਮਿੰਗ ਦੇ ਵਿੱਚ ਇਹਨੂੰ ਇਹ ਜਾ ਕੇ ਕਰਨ ਦੀ ਇਹ ਗੱਲ ਕੋਸ਼ਿਸ਼ ਕੀਤੀ। ਹੁਣ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਜਾਂ ਇਹ ਜਿਹੜੀਆਂ ਰਿਪੋਰਟਾਂ ਨੇ ਇਹ ਕਿੰਨੇ ਪਹੁੰਚਾਈਆਂ ਸਨ ਕਿ ਉੱਥੇ ਇਹ ਹਾਲਾਤ ਕਿ ਉਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ, ਜਦ ਕਿ ਇੱਕ ਬਿਆਨੀਆ ਡਿਫਰੈਂਟ ਆਪੋਜੀਸ਼ਨ ਦਾ ਬਣ ਸਕਦਾ ਹੈ, ਤੁਸੀਂ ਉਸ ਬਿਆਨੀਏ ਦੇ ਵਿੱਚ ਜਾ ਕੇ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇਹ ਰਿਪੋਰਟਾਂ ਗਈਆਂ ਔਰ ਉਹਨਾਂ ਨੇ ਆਓ ਦੇਖਿਆ ਨਾ ਤਾਓ, ਤੇ ਉਹਨਾਂ ਨੇ ਕਿਹਾ ਜੀ ਇਹ ਸਾਰੀਆਂ ਤੁਸੀਂ ਇਹ ਕਰ ਲਓ। ਹਾਲਾਂਕਿ ਇਹ ਮੈਟਰਸ, ਹਾਂ ਉਹਨਾਂ ਨੂੰ ਕਿਸੇ ਨੇ ਕਿਹਾ ਨਾ ਕਿ ਇਹ ਕਰੋ, ਇਹ ਚੀਜ਼ਾਂ ਕਰਨਾ ਚਾਹੀਦਾ। ਕਿੱਥੋਂ ਪਤਾ ਚੱਲਿਆ? ਉਹਨਾਂ ਨੂੰ ਥੱਲੇੋਂ ਰਿਪੋਰਟ ਦਿੱਤੀ ਗਈ ਜੀ ਤੇ ਉੱਥੇ ਤੇ ਇਹ ਕੰਮ ਹੈ ਤੇ ਤੁਸੀਂ ਚੁੱਪ ਕਰਕੇ ਜਾ ਕੇ ਤੁਸੀਂ ਕੋਈ ਤੇ ਮਿਲਾ ਕਿਤੇ ਕੋਈ ਮਹਿਲਾਤੀ ਸਾਜ਼ਿਸ਼ ਜਿਹੜੀ ਹੈ ਨਾ ਉਹਦੇ ਵੱਲ ਇਸ਼ਾਰਾ ਕਰ ਰਹੇ ਹੋ। ਨਹੀਂ ਗੱਲ ਕਰਦੇ, ਮੈਂ ਚੇਨ ਆਫ ਇਵੈਂਟਸ ਦੀ ਗੱਲ ਕਰ ਰਿਹਾ। ਨਹੀਂ, ਚੇਨ ਆਫ ਇਵੈਂਟਸ ਨੂੰ ਮਿਲਾ ਰਹੇ ਆ ਤੇ ਪੂਰਾ ਇੱਕ ਪਲਾਟ ਨਜ਼ਰ ਆ ਰਿਹਾ ਕਿ ਕੁਝ ਤੇ ਪਲਾਨ ਹੈ। ਫਿਰ ਐਸਾ ਗੱਲਾਂ ਦੇ ਤੁਸੀਂ ਅਗਰ ਉਹ ਗੱਲ ਕੱਢੋ ਤੇ ਇੱਕ ਅਨਦਰ ਵੇ, ਜਾਂ ਤੇ ਕਹੋ ਕਿ ਮੈਂ ਜਿਹੜੇ ਪੁਆਇੰਟ ਉਠਾ ਰਿਹਾ ਹਾਂ ਕਿਆ ਉਹ ਮਾਈਂਡ ਦੇ ਵਿੱਚ ਆਣੇ ਨਹੀਂ ਚਾਹੀਦੇ? ਬਿਲਕੁਲ ਆਣੇ ਚਾਹੀਦੇ। ਸਰਕਾਰੀ ਏਜੰਸੀਆਂ ਦੇ ਮਾਈਂਡ ਦੇ ਵਿੱਚ ਇਹ ਚੀਜ਼ ਆਣੀ ਨਹੀਂ ਚਾਹੀਦੀ। ਹਸਪੀਟਲਸ ਦੇ ਅੰਦਰ, ਸਰਕਾਰੀ ਹਸਪੀਟਲ ਦੇ ਅੰਦਰ ਏਸੀਜ਼ ਦਾ ਮਾਮਲਾ, ਇਲੈਕਟ੍ਰਿਸਿਟੀ ਦੇ ਮਾਮਲਾ, ਬੜੀ ਦਫਾ ਇਹੋ ਜਿਹੀਆਂ ਚੀਜ਼ਾਂ ਹੋਈਆਂ ਨੇ ਕਿ ਆਪਰੇਸ਼ਨ ਥੀਏਟਰ ਦੇ ਉੱਤੇ ਬੰਦੇ ਪਏ ਨੇ ਤੇ ਲਾਈਟ ਚਲੀ ਗਈ। ਇੱਕ ਦਫਾ ਤਾਂ ਨਹੀਂ ਵਾਕਿਆਤ ਹੋਏ ਨਾ, ਬਿਲਕੁਲ। ਤੇ ਲੇਕਿਨ ਇੱਥੋਂ ਤੁਸੀਂ ਇਹ ਚੀਜ਼ ਨੂੰ ਗੌਰ ਕਰੋ ਕਿ ਵਜ਼ੀਰ ਆਜ਼ਮ ਸਾਹਿਬ ਦੇ ਆਰਡਰ ਜਾਰੀ ਕੀਤਾ ਕਿ ਜੀ ਉੱਥੇ ਇਸ ਵਾਕਿਆ ਤੋਂ ਪਹਿਲੇ ਕਿ ਜੀ ਉਹ ਸਾਰਾ ਠੀਕ ਕਰੋ, ਹਫਲਾ ਤਫਰੀ ਪੈ ਗਈ। ਉਹ ਆਖਰ ਰਿਪੋਰਟ ਗਈ ਹੋਣੀ ਨਾ ਪ੍ਰਾਈਮ ਮਿਨਿਸਟਰ ਆਫਿਸ ਤੱਕ ਰਿਪੋਰਟ ਪਹੁੰਚੀ ਹੈ। ਉਹ ਕਿੰਨੇ ਰਿਪੋਰਟ ਕੀਤੀ? ਉਹ ਆਈਬੀ ਦੇ ਜ਼ਰੀਏ ਗਈ ਹੈ, ਫਿਰ ਉਹਨਾਂ ਕੋਲੋਂ ਮਿਨਿਸਟਰੀ ਆਫ ਹੈਲਥ ਡਿਪਾਰਟਮੈਂਟ ਦੀ ਤਰਫੋਂ ਗਈ ਹੈ, ਕਿਧਰੇ ਵਜ਼ਾਰਤ ਦਾਖਲਾ ਨੇ ਉਹਨੂੰ ਉਹ ਗੱਲ ਪਹੁੰਚਾਈ ਹੈ। ਵਜ਼ਾਰਤ ਦਾਖਲਾ ਵੀ ਤਾਂ ਪਹੁੰਚਾ ਸਕਦੀ ਹੈ ਨਾ, ਤੇ ਇਹ ਚੀਜ਼ਾਂ ਤਾਂ ਕਿ ਐਕਟ ਕਰਵਾਇਆ ਜਾਵੇ, ਔਰ ਐਕਟ ਕਰਵਾਇਆ ਜਾਵੇ ਜਿਸਲੇ ਤੇ ਉਸਲੇ ਫਿਰ ਇੱਕ ਇਸ਼ੂ ਬਣ ਜਾਏ। ਦੂਸਰੀ ਤਰਫ ਇਹ ਇਸ਼ੂ ਹੈ, ਗਵਰਨਮੈਂਟ ਨੂੰ ਜਾਂ ਏਜੰਸੀਜ਼ ਨੂੰ ਇਹ ਚੀਜ਼ ਦੇ ਉੱਤੇ ਵੀ ਤਾਂ ਦੇਖਣਾ ਚਾਹੀਦਾ ਕਿ ਨਹੀਂ ਦੇਖਣਾ ਚਾਹੀਦਾ। ਐਡਾ ਵੱਡਾ ਸਾਨਿਆ ਹੋ ਗਿਆ। ਦੂਸਰੀ ਤਰਫ ਐਡੇ ਹਾਈ ਪ੍ਰੋਫਾਈਲ ਕੇਸ ਚੱਲ ਰਹੇ ਨੇ, ਉਹਨਾਂ ਦੀ ਟਾਈਮਿੰਗ ਉੱਤੇ ਦੇਖੋ। ਜੱਜਿਸ ਦੇ ਅੱਜ ਜਿਹੜੇ ਰਿਮਾਰਕਸ ਤੁਸੀਂ ਗੌਰ ਕਰੋ ਤੇ ਇਹਦਾ ਰਿਜ਼ਲਟ ਉਹ ਕੀ ਨਿਕਲੇਗਾ ਇਹ ਖੁਦ ਤੁਸੀਂ ਸੋਚੋ। ਇੱਥੇ ਮੈਂ ਇੱਕ ਕੁਐਸਚਨ ਮਾਰਕ ਛੱਡ ਕੇ ਜਾਣਾ ਚਾਹੁੰਦਾ ਵਾਂ। ਇਹਦੇ ਤੇ ਮੈਂ ਆਪਣੀ ਰਾਏ ਨਹੀਂ ਦੇਣਾ ਚਾਹੁੰਦਾ ਕਿਉਂਕਿ ਬੜਾ ਆਲਮਨਾਕ ਹਾਦਸਾ ਹੈ, ਬੜਾ ਦੁੱਖ ਦੇਣ ਵਾਲਾ ਹਾਦਸਾ ਹੈ। ਉਹਨਾਂ ਦੇ ਔਰ ਕੰਪਰੈਸਰ ਦੇ ਅੰਦਰ ਕਿਆ ਤਖਰੀਬਕਾਰੀ ਦੇ ਅਨਸਰ ਨੂੰ ਨਹੀਂ ਕੀਤਾ ਜਾ ਸਕਦਾ? ਉਹ ਬੰਦਾ ਲੱਭਣਾ ਚਾਹੀਦਾ। ਉੱਥੇ ਫੁਟੇਜਸ ਹੋਣਗੀਆਂ, ਉੱਥੋਂ ਦੇ ਕੈਮਰੇ ਹੋਣਗੇ, ਉਹ ਪੂਰੀ ਹੋਣਾ ਚਾਹੀਦਾ ਕਿ ਆਇਆ ਇਹੋ ਜਿਹੇ ਮਾਮਲਾਤ ਉੱਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਾਲੀਵੁੱਡ, ਹਾਲੀਵੁੱਡ ਤੇ ਫਿਲਮਾਂ ਬਣ ਚੁੱਕੀਆਂ, ਨਾਵਲ ਲਿਖੇ ਜਾ ਚੁੱਕੇ ਨੇ ਇਸ ਤਰ੍ਹਾਂ ਦੇ, ਔਰ ਕਿਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਮੁਖਤਲਿਫ ਕ੍ਰਿਮੀਨਲ ਗੈਂਗਸ, ਮੁਖਤਲਿਫ ਮਾਫੀਆਜ਼ ਗਰੋਹ, ਔਰ ਕਿਸ ਤਰੀਕੇ ਦੇ ਨਾਲ ਉਹ ਸਰਕਾਰੀ ਅਮਲੇ ਨੂੰ, ਹਕੂਮਤਾਂ ਨੂੰ ਮੈਨੂਪੂਲੇਟ ਕਰਦੇ ਨੇ, ਸਰਕਾਰ ਦੇ ਅਦਾਰਿਆਂ ਨੂੰ ਮੈਨੂਪੂਲੇਟ ਕਰਕੇ ਤੇ ਉਹ ਤਖਰੀਬਕਾਰੀਆਂ ਕਰਾਉਂਦੇ ਨੇ ਔਰ ਆਪਣੇ ਮਕਾਸਦ ਹਾਸਲ ਕਰਦੇ ਨੇ। ਪਾਕਿਸਤਾਨ ਇਸ ਵਕਤ ਇੱਕ ਐਸੀ ਜੰਗ ਦੇ ਨਾਲ ਲੜ ਰਿਹਾ ਹੈ। ਦੂਸਰੀ ਇੱਕ ਤਰਫ ਸਾਡੇ ਖਲੀਜ ਦੀ ਜੰਗ ਹੈ, ਦੂਸਰੀ ਤਰਫ ਸਾਡੇ ਅਫਗਾਨਿਸਤਾਨ ਬੈਠਾ ਹੋਇਆ ਹੈ। ਉੱਥੇ ਤੇ ਸਾਰੇ ਵਾਰਲॉर्ड्स ਨੇ ਔਰ ਇੰਟਰਨੈਸ਼ਨਲ ਕ੍ਰਿਮੀਨਲ ਮਾਫੀਆ ਦਾ ਉਹ ਗੜ ਹੈ ਅਫਗਾਨਿਸਤਾਨ ਇਸ ਵਕਤ ਬਣਿਆ ਹੈ। ਦੂਸਰੀ ਤਰਫ ਇੰਡੀਆ ਹੈ, ਸਾਡੇ ਨਾਲ ਮਾਮਲਾ ਚੱਲ ਰਹੇ ਨੇ। ਤੇ ਇਸ ਦੇ ਅੰਦਰ ਔਰ ਪਾਕਿਸਤਾਨ ਦੇ ਅੰਦਰ ਸਾਡੇ ਕੋਲ ਪਤਾ ਹੈ ਕਿਹੜੇ ਕਿਹੜੇ ਲੋਕ ਨੇ। ਯੂਟਿਊਬਰ ਤੁਸੀਂ ਦੇਖ ਲਓ, ਪਰ ਕਿਸੇ ਦੁਨੀਆ ਦੇ ਮੁਲਕ 'ਚ ਇੰਝ ਹੋ ਸਕਦਾ ਕਿ ਉੱਥੋਂ ਦੇ ਪਾਕਿਸਤਾਨ ਦੇ ਪਾਸਪੋਰਟ ਹੋਲਡਰ ਜਿਹੜੇ ਨੇ ਉਹ ਬੰਦੇ ਉਹ ਪਾਕਿਸਤਾਨ ਦੇ ਉੱਤੇ, ਪਾਕਿਸਤਾਨ ਦੇ ਏਜੰਸੀਆਂ ਦੇ ਪਾਕਿਸਤਾਨ ਦੇ ਇੰਟਰਸਟ ਦੇ ਖਿਲਾਫ ਗੱਲਾਂ ਕਰ ਰਹੇ ਹੋ। ਇਸ ਇਸ਼ੂ ਦੇ ਉੱਤੇ ਵੀ ਉਹ ਕਰ ਰਹੇ। ਤੇ ਇਹ ਜਿਹੜਾ ਵਾਕਿਆ ਹੈ
ਇਹਨੂੰ ਇੱਕ ਤੇ ਉੱਥੋਂ ਦੀ ਜਿਹੜੀ ਪਾਰਟਿਕੂਲਰਲੀ ਹਸਪੀਟਲ ਦੀ ਇੰਤਜ਼ਾਮੀ ਚੈੱਕਅਪ ਜ਼ਰੂਰ ਹੋਣਾ ਚਾਹੀਦਾ। ਦੂਸਰਾ, ਇਸ ਵਾਕਿਏ ਦੇ ਉੱਤੇ ਇੱਕ ਪੂਰੀ JIT ਬਣਾ ਕੇ ਇਹਦੀ ਤਫਤੀਸ਼ ਕਰਨੀ ਚਾਹੀਦੀ ਹੈ ਪੂਰੀ, ਕਿ ਆਇਆ ਕਿਧਰੇ ਇਹ ਤਖਰੀਬਕਾਰੀ ਨਹੀਂ, ਇਹ ਬੰਦਾ ਕੌਣ ਸੀ ਜਾਂ ਇੱਥੇ ਡਿਊਟੀ ਕਿਹਦੀ ਸੀ, ਉਹ ਕੌਣ ਲੋਕ ਸਨ, ਕਿਹੜੇ ਜਿਹੜੇ ਈਵਨ ਜਿਹੜੇ AC ਦੇ ਲੋਕ ਨੇ, AC ਨੂੰ ਮੇਨਟੇਨ ਕਰਨ ਵਾਲੇ ਲੋਕ ਨੇ, ਉਹ ਕੀ ਰੋਲ ਹੈ ਉਹਨਾਂ ਦਾ, ਉਹ ਕਿੱਥੋਂ ਦੇ ਨੇ, ਉਹਨਾਂ ਦਾ ਕੀ ਸਿਲਸਿਲਾ ਹੈ। ਤੁਹਾਨੂੰ ਪਤਾ ਨਹੀਂ ਹੈਗਾ ਕਿ ਲਾਹੌਰ ਦੇ ਵਿੱਚ ਜਿਹੜੇ 3 ਪੁਲਿਸ ਵਾਲੇ ਨੂੰ ਕਤਲ ਕੀਤਾ ਗਿਆ, ਜਿਹੜੇ ਦਹਿਸ਼ਤਗਰਦਾਂ ਨੇ, ਉਹਨਾਂ ਦੇ ਸਹੂਲਤਕਾਰ ਪੁਲਿਸ ਡਿਪਾਰਟਮੈਂਟ ਦੇ ਵਿੱਚੋਂ ਵੀ ਨਿਕਲੇ ਨੇ, ਜਿਹੜੇ ਉਹਨਾਂ ਨੂੰ ਇਤਲਾਤ ਪਹੁੰਚਾਉਂਦੇ ਸਨ, ਜਿਹੜੇ ਉਹਨਾਂ ਦੀਆਂ ਜ਼ਮਾਨਤਾਂ ਕਰਵਾਉਂਦੇ ਸਨ। ਇਹ ਛੋਟੀ ਜੀ ਗੱਲ ਨਹੀਂ ਹੈ। ਇੱਕ ਸਰਕਾਰ ਦੇ ਡਿਪਾਰਟਮੈਂਟ ਦਾ ਇੱਕ ਮਾਮੂਲੀ ਜਿਹਾ ਪੁਰਜ਼ਾ ਵੀ ਬਹੁਤ ਵੱਡਾ ਨੁਕਸਾਨ ਕਰ ਸਕਦਾ। ਬਿਲਕੁਲ ਜ਼ਰੂਰੀ ਨਹੀਂ ਕਿ ਬਹੁਤ ਵੱਡੀ ਕਿਸੇ ਨੇ ਕੀਤਾ ਹੋਵੇ। ਸਰ ਤੁਸੀਂ ਬੜੀ ਵੱਡੀ ਗੱਲ ਕਰ ਰਹੇ ਹੋ, ਜਿਹੜੀ ਮੈਨੂੰ ਲੱਗਦਾ ਹੈ ਕਿ ਕਰਨਾ ਚਾਹੀਦਾ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਵਜ਼ੀਰ ਦਾਖਲਾ ਸਾਹਿਬ ਨੂੰ, ਉਹਨਾਂ ਦੇ ਕੋਲ ਇਸਲਾਮਾਬਾਦ ਦੀ ਸਿਕਿਉਰਿਟੀ ਹੈ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਠੀਕ, ਵਜ਼ੀਰ ਦਾਖਲਾ ਸਾਹਿਬ ਦੀ, ਉਹਨਾਂ ਦੇ ਉੱਤੇ ਸਾਡੀਆਂ ਜਿਹੜੀਆਂ ਏਜੰਸੀਆਂ ਨੇ, ਸਿਰਫ ਅਸੀਂ ਅਗਰ ਜੱਜਿਸ ਨੂੰ ਕਹਿੰਦੇ ਉਹ ਪੈਸੇ ਲੈ ਰਹੇ ਨੇ, ਤਨਖਾਹ ਲੈ ਰਹੇ ਨੇ, MNA ਪੈਸੇ ਲੈ ਰਹੇ ਨੇ, ਤੇ ਸਾਡੇ ਜਿਹੜੇ IB ਦੇ ਮੁਲਾਜ਼ਮ ਨੇ ਉਹਨਾਂ ਨੂੰ ਸੈਲਰੀਆਂ ਨਹੀਂ ਮਿਲ ਰਹੀਆਂ, FIA ਦੇ ਮੁਲਾਜ਼ਮ ਨੇ ਉਹਨਾਂ ਨੂੰ ਸੈਲਰੀਆਂ ਨਹੀਂ ਮਿਲ ਰਹੀਆਂ, ਉਹਨਾਂ ਨੂੰ ਕਿਸ ਚੀਜ਼ ਦੀਆਂ ਸੈਲਰੀਆਂ ਮਿਲ ਰਹੀਆਂ? ਠੀਕ, ਉਹ ਮੁਲਕ ਦੇ ਇਸ ਕੌਮ ਦੇ ਅੱਖਾਂ ਤੇ ਕੰਨ ਉਹ ਨੇ, ਅਸੀਂ ਤੁਸੀਂ ਨਹੀਂ ਹੈਗੇ। ਸਹੀ, ਅਸੀਂ ਤਾਂ ਰੋ ਸਕਨੇ ਆ, ਬੈਨ ਪਾ ਸਕਨੇ ਆ, ਤੇ ਜਾ ਕੇ ਆਪਣੇ ਫਿਰ ਬਾਅਦ ਚ ਕੁੱਲ ਕਰਾ ਲਾਂਗੇ, ਦੁਆ ਕਰਾ ਲਾਂਗੇ, ਤੇ ਫਾਤਿਹਾ ਪੜ੍ਹ ਕੇ ਤੇ ਸਬਰ ਕਰਕੇ ਅਮਲੀ ਜ਼ਿੰਦਗੀ 'ਚ ਸ਼ਾਮਲ ਹੋ ਜਾਵਾਂਗੇ ਮੁਲਕਾਂ ਨੂੰ ਬਚਾਉਣ ਵਾਸਤੇ। ਇਹਨੂੰ ਤੁਸੀਂ ਛੋਟਾ ਜਿਹਾ ਸਾਨਿਆ ਨਾ ਸਮਝੋ ਨਾ। ਸਹੀ, ਇਹ ਵੀ ਇਹ ਰਿਪਲਿਕਾ ਹੈਗਾ ਜੇ APS ਸਾਨੇ ਦਾ। ਤੁਸੀਂ ਬੜੀ ਵੱਡੀ ਗੱਲ ਕਰ ਰਹੇ ਹੋ ਤੁਸੀਂ ਇਹਦੇ ਤੇ। ਇਹ ਜਿਹੜੇ ਸਾਡੇ ਇਸ ਵਕਤ ਸਿਆਸੀ ਗਵਰਨਮੈਂਟ ਨੇ, ਇਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਅੰਦਾਜ਼ਾ ਨਹੀਂ ਹੈਗਾ ਕਿ ਤੁਸੀਂ ਕਿੱਡੇ ਕੋ ਮਕਾਰ ਤੇ ਜ਼ਹੀਨ ਔਰ ਸ਼ਾਤਰ ਤੁਹਾਡਾ ਦੁਸ਼ਮਣ ਦੇ ਨਾਲ ਤੁਸੀਂ ਮੁਕਾਬਲਾ। ਨਾਨ ਸਟੇਟ ਐਕਟਰ ਇਸ ਮੁਲਕ ਵਿੱਚ ਆਪਰੇਟ ਕਰ ਰਹੇ ਨੇ, ਮਾਫੀਆ ਇਸ ਮੁਲਕ ਦੇ ਵਿੱਚ ਆਪਰੇਟ ਕਰ ਰਹੇ, ਔਰ ਇਹਦੇ 'ਚ ਜਿਹੜੇ DG ISPR ਸਭ ਕਹਿ ਸਕਦੇ ਨੇ, ਅਸੀਂ ਵੀ ਕਈ ਦਫਾ ਗੱਲ ਕਰ ਚੁੱਕੇ, ਵਾਈਟ ਕਾਲਰ ਕ੍ਰਿਮੀਨਲਸ, ਮਾਫੀਆਜ਼ ਦਾ ਆਪਸ ਵਿੱਚ ਸਿਆਸਤ ਦਾ ਗੱਠਜੋੜ, ਸਿਸਟਮ ਨੂੰ ਮੈਨੂਪਲੇਟ ਕਿਸ ਤਰ੍ਹਾਂ ਕੀਤਾ ਜਾਂਦਾ। ਠੀਕ, ਪੂਰੀ ਦੁਨੀਆ ਦੇ ਵਿੱਚ ਸ਼ੋਰ ਮਚ ਜਾਂਦਾ, ਇੰਟਰਨੈਸ਼ਨਲ ਮਾਮਲਾਤ ਹੋਣਾ ਸ਼ੁਰੂ ਹੋ ਜਾਂਦੇ ਨੇ ਅਚਾਨਕ, ਇੰਜ ਜਿਵੇਂ ਇੱਕ ਫੁਆਰਾ ਨਹੀਂ ਅਚਾਨਕ ਫੁੱਟ ਪੈਂਦਾ, ਤੇ ਇੰਜ ਦੀ ਇੱਕ ਸਿਚੁਏਸ਼ਨ ਵਾਜ਼ੇ ਹੋ ਜਾਂਦੀ ਹੈ। ਬਹਰਹਾਲ ਮੇਰੀ ਤੇ ਅਪੀਲ ਹੋਏਗੀ ਕਿ ਇਹਦੇ ਉੱਤੇ JIT ਬਣਾਉਣੀ ਚਾਹੀਦੀ ਹੈ, ਔਰ ਮੁਲਕ ਦੇ ਜਿਹੜੇ ਜ਼ੀਰਕ ਪੁਲਿਸ ਅਫਸਰ ਨੇ ਔਰ ਏਜੰਸੀਆਂ ਦੇ ਜਿਹੜੇ ਬੜੇ ਨਾਮਵਰ ਲੋਕ ਨੇ, ਉਹਨਾਂ ਤੇ ਮੁਸ਼ਤਮਲ ਇੱਕ JIT ਵੀ ਬਣਨੀ ਚਾਹੀਦੀ। ਆਪਣੀ ਦੂਸਰੀ ਤਹਿਕੀਕਾਤ ਡਾਕਟਰਾਂ ਨੂੰ ਮੁਅੱਤਲ ਕਰ ਦਿਓ, ਫਲਾਨਾ ਕਰ ਦਿਓ, ਇਹ ਉਹ ਆਪਣੀ ਜਗ੍ਹਾ ਜਾਰੀ ਕਰਦੇ ਰਹੋ। ਠੀਕ ਹੈ, ਲੇਕਿਨ ਇਹ ਬਹੁਤ ਜ਼ਿਆਦਾ